ਅਭਿਆਸ 1.3 ਨੂੰ ਕਰਨ ਤੋਂ ਪਹਿਲਾਂ ਅਸੀਂ ਐਗਜ਼ਾਮਪਲਸ ਤੇ ਉਦਾਹਰਨ ਕਰਾਂਗੇ। हाँ जी, उदाहरण एक है जी। संख्या 2879 यानी कि 2879 हो गया जी। विच संख्या 2879 विच हरेक अंक का स्थानक मूल ਅਤੇ अंकित मूल लिखो। देखो स्थानक मूल ਅਸੀਂ ਕਿੱਦਾਂ ਲਿਖਣਾ ਹੈ ਤੇ अंकित मूल ਅਸੀਂ ਕਿੱਦਾਂ ਲਿਖਣਾ ਹੈ, ਇਸ ਉਦਾਹਰਨ ਦੇ ਰਾਹੀਂ ਸਮਝਣਾ ਹੈ ਅਸੀਂ। हाँ जी, पहला तुसी ये जो टेबल देख रहे हो हज़ार ते इकाइयां दा, इकाइयां दे थल्ले तुसी इकाई, दहाई, सैकड़ा लिख देना है। हज़ार दे थल्ले तुसी हज़ार ते 10,000 लिख देना है। इस तो बाद 2 8 7 9 इसनूं असी गिणतारे दे विच किवें जो है लिखना हुंदा है, ये असी पहला 1.1 दे विच कर चुके हाँ। जिमें इत्थे 2 है तो असी जो है ये 2 जो है गोले जो है लाए ने। जिमें इत्थे 8 है असी 8 जो है गोले लाए ने। 7 है तो 7 गोले लाए ने। 9 है तो 9 गोले लाए ने। इदा जो है असी ये गिणतारा जो है भरना हुंदा है। आई होप कि तुहानू ये चीज़ तो समझ आ चुकी होनी है, क्योंकि ये पहला भी असी डिस्कस कर चुके हैं 1.1 दे विच। हाँ जी, ਹੁਣ ਇੱਥੇ ਜੋ ਸਮਝਣ ਵਾਲੀ ਗੱਲ ਹੈ ਉਹ ਹੈ ਸਥਾਨਕ ਮੁੱਲ ਤੇ ਅੰਕਿਤ ਮੁੱਲ। ਹੁਣ ਸਥਾਨਕ ਮੁੱਲ ਅਸੀਂ ਜੋ ਹੈ ਕਿੱਦਾਂ ਜੋ ਹੈ ਫਾਈਂਡ ਆਊਟ ਕਰਨਾ ਹੁੰਦਾ ਹੈ, ਦੇਖੋ। ਹਾਂਜੀ, ਜ਼ਰਾ ਧਿਆਨ ਨਾਲ ਰੀਡ ਕਰਨਾ। ਉੱਪਰ ਗਿਣਤਾਰੇ ਵਿੱਚ 9 ਇਕਾਈ ਦੇ ਸਥਾਨ ਤੇ, ਇਸ ਲਈ 9 ਦਾ ਸਥਾਨਕ ਮੁੱਲ 9 ਗੁਣਾ 1 बराबर है 9। ऊपर गिणतारे विच 9 इकाई के स्थान ते है। जिहड़ा ये 9 है ना जी, 9, ठीक है, ये जो है किस दे थल्ले आ रहा है, इकाई दे थल्ले आ रहा है। जे मैं तुहानू फिगर दिखावां, हाँ जी, जिमें ये 9 है, ठीक है, ये ना ये देखो ये इकाई है, तो ये जो 9 है ये इकाई के थल्ले आ रहा है। तो अगर ये इकाई के थल्ले आ रहा है, असी इसनूं 1 दे नाल गुणा करके जो है देख सकते हो तुसी, 9 गुणा 1 करके जो आंसर आऊगा, जिमें कि 1 दे नाल गुणा करके वापस वो जो है 9 ही आ जाऊगा। तो ये जो है इसका स्थानक मूल होएगा। अगर तुहानू समझ नहीं आया है तो 2 मिनट वास्ते जो है बस इंतज़ार करो। जिमें ही असी अगे दहाई, सैकड़ा, हज़ार, 10,000 वाल वधांगे तुहानू समझ आ जाएगा भी स्थानक मूल असी किद्दां जो है फाइंड आउट करना है। हुण अगे देखो इन्होंने क्या है, अंकित मूल 9 है। कोई भी अगर जो है डिजिट है या संख्या है, जिमें 9 है, तो 9 का जो अंकित मूल है वो 9 ही होएगा। ये बस तुसी याद रखना है। स्थानक मूल किवें कढ़ना हुंदा है बस ये समझ लो। जिहड़ा अंकित मूल हुंदा है वो तो वही नंबर जो है बस वही संख्या असी लिख देनी हुंदी है। जिवें 9 है तो 9 का अंकित मूल 9 ही होएगा। 7 है तो 7 का अंकित मूल 7 ही होएगा। 8 है तो 8 का अंकित मूल 8 ही होएगा। ठीक है, इदां ही 2 का अंकित मूल 2 ही होएगा। स्थानक मूल किद्दां जो है असी फाइंड आउट करना हुंदा है वो सीख लो। ਹੁਣ ਅੱਗੇ ਅਸੀਂ ਚੱਲਦੇ ਹਾਂ 7 ਵੱਲ ਨੂੰ। ਗਿਣਤਾਰੇ ਵਿੱਚ 7 ਦਹਾਈ ਦੇ ਸਥਾਨ ਤੇ ਹੈ। ਦੇਖੋ 7 ਕਿਸ ਦੇ ਥੱਲੇ ਆ ਰਿਹਾ ਹੈ, ਦਹਾਈ ਦੇ ਥੱਲੇ ਆ ਰਿਹਾ ਹੈ, ਦੇਖ ਸਕਦੇ ਹੋ ਤੁਸੀਂ, ਠੀਕ ਹੈ। ਤੇ ਦਹਾਈ ਦੇਖੋ ਅਸੀਂ ਕਿਸ ਨੂੰ ਕਹਿੰਦੇ ਹਾਂ, ਇੰਗਲਿਸ਼ ਦੇ ਵਿੱਚ ਅਸੀਂ ਦਹਾਈ ਨੂੰ ਕਹਿੰਦੇ ਹਾਂ ਟੈਂਸ ਪਲੇਸ, ਠੀਕ ਹੈ। ਇਕਾਈ ਹੁੰਦਾ ਹੈ ਵਨਸ ਪਲੇਸ, ਦਹਾਈ ਹੁੰਦਾ ਹੈ ਟੈਂਸ ਪਲੇਸ, ਸੈਂਕੜਾ ਹੁੰਦਾ ਹੈ 100th जो है प्लेस, ठीक है, तो 1000 ਹੁੰਦਾ है 1000th प्लेस।
ਹੁਣ ਜੋ ਗਿਣਤਾਰੇ ਵਿੱਚ 7 ਹੈ ਉਹ ਦਹਾਈ ਦੇ ਸਥਾਨ ਤੇ ਹੈ, ਇਸ ਲਈ 7 ਦਾ ਸਥਾਨਕ ਮੁੱਲ ਜਦ ਅਸੀਂ ਕੋਈ ਅਗਰ ਨੰਬਰ ਜੋ ਹੈ ਉਹ ਦਹਾਈ ਦੇ ਸਥਾਨ ਤੇ ਹੈ, ਉਸ ਦਾ ਅਗਰ ਅਸੀਂ ਸਥਾਨਕ ਮੁੱਲ ਕੱਢਣਾ ਹੈ ਤਾਂ ਅਸੀਂ 10 ਦੇ ਨਾਲ ਗੁਣਾ ਕਰਦੇ ਹਾਂ। ਠੀਕ ਹੈ। ਹਾਂਜੀ, ਇਹ ਰੀਜ਼ਨ ਹੈ ਕਿ ਵੀ ਜੋ 7 ਦਾ ਜੋ ਸਥਾਨਕ ਮੁੱਲ ਹੈ ਉਹ 7 ਗੁਣਾ 10 ਬਰਾਬਰ ਹੈ 70 ਦੇ। ਇਹ ਤੁਸੀਂ ਦੇਖ ਸਕਦੇ ਹੋ। ਹਾਂਜੀ, ਹੁਣ ਇੱਦਾਂ ਹੀ ਅਗਰ ਅਸੀਂ ਅੱਗੇ ਜੋ ਹੈ ਗਿਣਤਾਰੇ ਵਿੱਚ 8 ਜੋ ਹੈ ਉਹ ਸੈਂਕੜੇ ਦੇ ਸਥਾਨ ਤੇ ਹੈ, ਤੇ ਅਗਰ ਅਸੀਂ 8 ਦਾ ਸਥਾਨਕ ਮੁੱਲ ਜੋ ਹੈ ਉਹ ਫਾਈਂਡ ਆਊਟ ਕਰਨਾ ਹੈ ਤਾਂ 8 ਨੂੰ ਦੇਖ ਸਕਦੇ ਹੋ ਤੁਸੀਂ, ਇਹ 8 ਜੋ ਹੈ ਉਹ ਸੈਂਕੜੇ ਦੇ ਸਥਾਨ ਤੇ ਹੈ। ਸੈਂਕੜਾ ਕੀ ਹੁੰਦਾ ਹੈ? ਜੋ 100 ਜੋ ਪਲੇਸ ਹੁੰਦਾ ਹੈ। ਤੇ ਇਹ ਰੀਜ਼ਨ ਹੈ ਕਿ ਅਸੀਂ ਜੋ ਹੈ ਹਾਂਜੀ, ਇਹ ਰੀਜ਼ਨ ਹੈ ਕਿ ਅਸੀਂ ਜੋ ਹੈ 8 ਨੂੰ 100 ਦੇ ਨਾਲ ਮਲਟੀਪਲਾਈ ਕੀਤਾ ਹੈ, ਤਾਂ 8 ਮਲਟੀਪਲਾਈਡ ਬਾਈ 100 ਦੈਟ ਇਜ਼ ਇਕੁਅਲ ਟੂ 800। ਵੀ 8 ਨੂੰ ਅਸੀਂ 100 ਦੇ ਨਾਲ ਗੁਣਾ ਕੀਤਾ ਤਾਂ ਸਾਨੂੰ ਜੋ ਹੈ 800 ਮਿਲਿਆ। ਤਾਂ ਜੋ 8 ਹੈ, ਠੀਕ ਹੈ, ਉਸ ਦਾ ਜੋ ਸਥਾਨਕ ਮੁੱਲ ਹੈ ਉਹ 800 ਹੋਏਗਾ। ਹਾਂਜੀ, ਅੱਗੇ ਹੈ ਜੀ ਗਿਣਤਾਰੇ ਵਿੱਚ 2000 ਦੇ ਸਥਾਨ ਤੇ ਗਿਣਤਾਰੇ ਵਿੱਚ 2000 ਦੇ ਸਥਾਨ ਤੇ ਹੈ, ਇਸ ਲਈ 2 ਦਾ ਸਥਾਨਕ ਮੁੱਲ ਜੋ 2 ਹੈ, ਠੀਕ ਹੈ, ਉਹ ਜੋ ਹੈ 1000 ਦੇ ਥੱਲੇ ਆ ਰਿਹਾ ਹੈ ਤੇ ਉਹ 1000 ਜੋ ਹੈ ਪਲੇਸ ਤੇ ਹੈ, ਇਸ ਕਰਕੇ ਅਸੀਂ 2 ਨੂੰ 1000 ਦੇ ਨਾਲ ਗੁਣਾ ਕਰਾਂਗੇ ਤਾਂ ਸਾਨੂੰ ਮਿਲੇਗਾ 2000। ਹਾਂਜੀ, ਤੇ ਇਹ ਅਸੀਂ ਸਥਾਨਕ ਮੁੱਲ ਤੇ ਅੰਕਿਤ ਮੁੱਲ ਜੋ ਹੈ ਉਹ ਕੱਢਣਾ ਜੋ ਹੈ ਸਿੱਖ ਲਿਆ ਹੈ। ਅੰਕਿਤ ਮੁੱਲ ਤਾਂ ਦੇਖੋ ਉਹੀ ਜੋ ਹੈ ਨੰਬਰ ਸੇਮ ਹੀ ਹੁੰਦਾ ਹੈ, ਤੇ ਜੋ ਸਥਾਨਕ ਮੁੱਲ ਹੁੰਦਾ ਹੈ ਉਹਦੇ ਵਾਸਤੇ ਅਸੀਂ ਜੋ ਹੈ ਇਕਾਈ, ਦਹਾਈ, ਇਕਾਈ ਦੇ ਹਿਸਾਬ ਨਾਲ ਅਸੀਂ 1 ਦੇ ਨਾਲ ਗੁਣਾ ਕਰਦੇ ਹਾਂ, ਦਹਾਈ ਦੇ ਵਾਸਤੇ ਅਸੀਂ ਜੋ ਹੈ 10 ਦੇ ਨਾਲ ਗੁਣਾ ਕਰਦੇ ਹਾਂ, ਸੈਂਕੜੇ ਦੇ ਵਾਸਤੇ ਅਸੀਂ ਜੋ ਹੈ 100 ਦੇ ਨਾਲ ਗੁਣਾ ਕਰਦੇ ਹਾਂ, ਤੇ 1000 ਵਾਸਤੇ ਅਸੀਂ ਜੋ ਹੈ 1000 ਦੇ ਨਾਲ ਗੁਣਾ ਕਰਦੇ ਹਾਂ। ਤੇ ਇਸ ਤੋਂ ਅੱਗੇ ਅਗਰ 10000 ਵਾਲੇ ਸਥਾਨ ਤੇ ਜੋ ਹੈ ਅਗਰ ਕੋਈ ਨੰਬਰ ਹੋਏਗਾ ਤਾਂ ਉਸ ਨੂੰ ਸਾਨੂੰ 10000 ਨਾਲ ਗੁਣਾ ਕਰਨਾ ਪਏਗਾ ਉਸ ਦੇ ਸਥਾਨਕ ਮੁੱਲ ਨੂੰ ਕੱਢਣ ਵਾਸਤੇ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਹਾਂਜੀ, ਉਦਾਹਰਣ 2 ਹੈ ਜੀ, ਸੰਖਿਆ 5 6 2 7 ਵਿੱਚ ਹਰੇਕ ਅੰਕ ਦਾ ਸਥਾਨਕ ਮੁੱਲ ਅਤੇ ਅੰਕਿਤ ਮੁੱਲ ਲਿਖੋ। ਦੇਖੋ 5 6 2 7 ਅਗਰ ਅਸੀਂ ਸਟਾਰਟ ਕਰੀਏ 7 ਤੋਂ, ਤਾਂ ਜੋ ਇਹ 7 ਹੈ, ਠੀਕ ਹੈ, ਇਹ 7 ਇਕਾਈ ਦੇ ਜੋ ਹੈ ਸਥਾਨ ਤੇ ਹੈ, ਤੇ ਕਿਉਂਕਿ ਇਹ ਇਕਾਈ ਦੇ ਸਥਾਨ ਤੇ ਹੈ ਅਸੀਂ 7 ਨੂੰ 1 ਦੇ ਨਾਲ ਗੁਣਾ ਕਰਨਾ ਹੈ। 7 ਗੁਣਾ 1 ਬਰਾਬਰ ਹੋਏਗਾ 7 ਦੇ, ਤਾਂ ਜੋ ਸਥਾਨਕ ਮੁੱਲ ਹੈ 7 ਦਾ ਉਹ 7 ਹੀ ਹੋਏਗਾ ਤੇ ਅੰਕਿਤ ਮੁੱਲ ਤਾਂ 7 ਹੀ ਹੋਣਾ ਹੈ। ਠੀਕ ਹੈ, ਅੱਗੇ ਆ ਜਾਓ ਜੀ 2, ਜੋ ਇਹ 2 ਹੈ, ਠੀਕ ਹੈ, 7 ਤੋਂ ਬਾਅਦ। ਹਾਂਜੀ, 2 ਦਾ ਸਥਾਨਕ ਮੁੱਲ ਦੇਖੋ 2 ਜੋ ਹੈ ਉਹ ਦਹਾਈ ਦੇ ਹੈ, ਠੀਕ ਹੈ, ਯਾਨੀ ਕਿ 10th ਪਲੇਸ ਤੇ ਹੈ, ਦਹਾਈ ਸਥਾਨ ਤੇ ਹੈ, ਇਸ ਕਰਕੇ ਅਸੀਂ 2 ਨੂੰ ਜੋ ਹੈ 10 ਦੇ ਨਾਲ ਗੁਣਾ ਕਰਾਂਗੇ ਤੇ 2 ਗੁਣਾ 10 ਬਰਾਬਰ ਹੈ 20 ਦੇ। ਠੀਕ ਹੈ, ਤੇ ਅੰਕਿਤ ਮੁੱਲ ਉਹੀ ਨੰਬਰ ਜੋ ਹੈ ਵਾਪਿਸ ਜੋ ਹੈ ਲਿਖਿਆ ਜਾਂਦਾ ਹੈ, ਅੰਕਿਤ ਮੁੱਲ ਜੋ ਹੈ ਉਹ 2 ਹੀ ਹੋਏਗਾ। ਹੁਣ ਗੱਲ ਕਰੀਏ 6 ਦੀ, ਤਾਂ 6 ਦਾ ਸਥਾਨਕ ਮੁੱਲ ਦੇਖੋ 6 ਜੋ ਹੈ ਉਹ 100th ਪਲੇਸ ਤੇ ਹੈ, ਸੈਂਕੜੇ ਸਥਾਨ ਤੇ ਹੈ, ਤੇ ਇਸ ਕਰਕੇ ਅਸੀਂ 6 ਨੂੰ ਜੋ ਹੈ 100 ਨਾਲ ਗੁਣਾ ਕਰਾਂਗੇ ਤਾਂ 6 ਗੁਣਾ 100 ਬਰਾਬਰ ਹੈ 600 ਦੇ, ਅਤੇ ਅੰਕਿਤ ਮੁੱਲ ਜੋ ਹੈ ਉਹ 6 ਹੀ ਹੋਏਗਾ। ਹਾਂਜੀ, ਹੁਣ ਲਾਸਟ ਸਾਡੇ ਕੋਲ ਰਹਿ ਗਿਆ ਹੈ 5। ਦੇਖੋ 5 ਦਾ ਸਥਾਨਕ ਮੁੱਲ ਜੋ 5 ਹੈ ਉਹ 1000ਵੇਂ ਜੋ ਹੈ ਸਥਾਨ ਤੇ ਹੈ, ਠੀਕ ਹੈ, 1000th ਜੋ ਹੈ ਪਲੇਸ ਤੇ ਹੈ, ਤਾਂ 5 ਨੂੰ ਅਸੀਂ 1000 ਨਾਲ ਮਲਟੀਪਲਾਈ ਕਰਾਂਗੇ ਸਥਾਨਕ ਮੁੱਲ ਵਾਸਤੇ, ਇਹ ਹੋ ਜਾਏਗਾ 5000 ਤੇ ਅੰਕਿਤ ਮੁੱਲ 5 ਹੀ ਹੋਏਗਾ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਹੁਣ ਅਸੀਂ ਥੋੜਾ ਜਿਹਾ ਛੇਤੀ ਕਰਾਂਗੇ। ਦੇਖੋ ਅਗਲਾ ਹੈ ਜੀ ਉਦਾਹਰਣ 3, 6 8 7 9 ਦੇ ਸਾਰੇ ਅੰਕਾਂ ਦੇ ਸਥਾਨਕ ਮੁੱਲ ਲਿਖਣੇ ਹੈ। ਠੀਕ ਹੈ, ਸਾਨੂੰ ਇੱਥੇ ਅੰਕਿਤ ਮੁੱਲ ਨਹੀਂ ਦੱਸਣਾ ਹੈ, ਸਥਾਨਕ ਮੁੱਲ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਹੈ। ਤਾਂ ਦੇਖੋ ਜੋ 9 ਹੈ ਉਹ ਇਕਾਈ ਜੋ ਹੈ ਸਥਾਨ ਤੇ ਹੈ, ਇਸ ਕਰਕੇ ਅਸੀਂ ਸਥਾਨਕ ਮੁੱਲ ਵਾਸਤੇ ਜੋ 9 ਹੈ ਯਾਨੀ ਕਿ 9 ਹੈ ਉਸ ਨੂੰ 1 ਨਾਲ ਗੁਣਾ ਕਰਕੇ ਜੋ ਹੈ ਬਰਾਬਰ ਇਕੁਅਲ ਟੂ 9 ਆ ਗਿਆ। ਠੀਕ ਹੈ, 9 ਦਾ ਸਥਾਨਕ ਮੁੱਲ ਜੋ ਹੈ ਉਹ 9 ਹੀ ਹੈ। ਅੱਗੇ ਹੈ ਜੀ 7
7 ਦਾ ਸਥਾਨਕ ਮੂਲ ਕੱਢਣ ਵਾਸਤੇ ਦੇਖੋ 7 ਜੋ ਹੈ ਉਹ ਦਹਾਈ ਤੇ ਹੈ, ਇਸ ਕਰਕੇ ਅਸੀਂ 7 ਨੂੰ 10 ਨਾਲ ਗੁਣਾ ਕੀਤਾ ਤਾਂ ਬਰਾਬਰ ਆ ਗਿਆ 70 ਦੇ। ਤਾਂ 7 ਦਾ ਸਥਾਨਕ ਮੂਲ ਜੋ ਹੈ ਉਹ 70 ਦੇ ਬਰਾਬਰ ਹੈ। ਇੱਦਾਂ ਹੀ 8 ਜੋ ਹੈ ਉਹ 100 ਪਲੇਸ ਦੇ ਉੱਪਰ ਹੈ, ਸੈਂਕੜੇ ਸਥਾਨ ਦੇ ਉੱਪਰ ਹੈ, ਇਸ ਕਰਕੇ 8 ਨੂੰ ਅਸੀਂ 100 ਨਾਲ ਗੁਣਾ ਕਰਾਂਗੇ ਤਾਂ 8 ਦਾ ਜੋ ਸਥਾਨਕ ਮੂਲ ਹੈ ਉਹ 800 ਹੋ ਗਿਆ। 6 ਜੋ ਹੈ ਉਹ 1000ਵੇਂ ਸਥਾਨ ਤੇ ਹੈ, 1000th ਪਲੇਸ ਤੇ ਹੈ, ਤੇ ਇਸ ਕਰਕੇ 6 ਨੂੰ ਅਸੀਂ 1000 ਨਾਲ ਮਲਟੀਪਲਾਈ ਕਰਾਂਗੇ ਤਾਂ 6000। 6 ਦਾ ਸਥਾਨਕ ਮੂਲ ਜੋ ਹੈ ਉਹ 6000 ਹੈ। ਹਾਂਜੀ, ਉਦਾਹਰਣ 4 ਵਿੱਚ ਸਾਨੂੰ ਕਿਹਾ ਹੈ 5020 ਦੇ ਸਾਰੇ ਅੰਕਾਂ ਦੇ ਸਥਾਨਕ ਮੂਲ ਲਿਖੋ। ਦੇਖੋ ਅਗਰ ਅਸੀਂ 0 ਤੋਂ ਸਟਾਰਟ ਕਰਦੇ ਹਾਂ, ਠੀਕ ਹੈ, ਤਾਂ 0 ਦਾ ਸਥਾਨਕ ਮੂਲ ਦੇਖੋ ਇਕਾਈ ਤੇ ਹੈ, ਇਕਾਈ ਸਥਾਨ ਤੇ ਹੈ ਨਾ 0, ਵਨਸ ਪਲੇਸ ਦੇ ਉੱਪਰ ਹੈ, ਤਾਂ ਵਨਸ ਪਲੇਸ ਦੇ ਉੱਪਰ ਹੈ, ਇਕਾਈ ਸਥਾਨ ਦੇ ਉੱਪਰ ਹੈ, ਤਾਂ 0 ਨੂੰ ਅਸੀਂ 1 ਦੇ ਨਾਲ ਗੁਣਾ ਕਰਾਂਗੇ। ਹੁਣ ਕਿਸੇ ਵੀ ਨੰਬਰ ਨੂੰ ਅਗਰ ਅਸੀਂ 0 ਦੇ ਨਾਲ ਗੁਣਾ ਕਰ ਰਹੇ ਹਾਂ, ਇੱਥੇ ਜਿਵੇਂ ਅਸੀਂ 1 ਨੂੰ 0 ਦੇ ਨਾਲ ਗੁਣਾ ਕਰ ਰਹੇ ਹਾਂ, ਤਾਂ ਉਸਨੇ ਜੋ ਹੈ ਆਣਾ ਜੋ ਹੈ 0 ਹੀ ਹੁੰਦਾ ਹੈ। ਕਿਸੇ ਵੀ ਨੰਬਰ ਨੂੰ ਅਗਰ ਅਸੀਂ ਜੋ ਹੈ 0 ਨਾਲ ਗੁਣਾ ਕਰੀਏ ਤਾਂ ਉਸ ਦਾ ਆਨਸਰ ਜੋ ਹੈ ਉਹ 0 ਹੀ ਆਉਂਦਾ ਹੈ। ਹਾਂਜੀ, ਅੱਗੇ ਹੈ ਜੀ 2। ਦੇਖੋ 0 ਤਾਂ ਹੋ ਗਿਆ, ਹੁਣ ਅਸੀਂ ਆਣਾ ਹੈ 2 ਵੱਲ ਨੂੰ। ਹਾਂਜੀ, 2 ਦਾ ਸਥਾਨਕ ਮੂਲ 2 ਨੂੰ ਅਸੀਂ 10 ਨਾਲ ਗੁਣਾ ਕਰਾਂਗੇ। ਕਾਰਨ ਕੀ ਹੈ ਵੀ ਜੋ 2 ਹੈ ਉਹ ਦਹਾਈ ਤੇ ਹੈ, ਠੀਕ ਹੈ, ਦਹਾਈ ਸਥਾਨ ਤੇ ਹੈ, ਤਾਂ 2 ਦਾ ਸਥਾਨਕ ਮੂਲ ਹੋ ਗਿਆ ਜੀ 20। ਹਾਂਜੀ, 2 ਤੋਂ ਬਾਅਦ ਫਿਰ ਜੋ ਹੈ 0 ਆ ਗਿਆ, ਤੇ ਹੁਣ 0 ਜੋ ਹੈ ਉਹ ਅਗਲੇ ਵਾਲਾ 0 ਜੋ ਹੈ ਉਹ 100 ਪਲੇਸ ਦੇ ਉੱਪਰ ਹੈ, ਯਾਨੀ ਕਿ ਸੈਂਕੜੇ ਸਥਾਨ ਦੇ ਉੱਪਰ ਹੈ, ਤਾਂ 0 ਨੂੰ ਅਸੀਂ 100 ਨਾਲ ਗੁਣਾ ਕਰਾਂਗੇ, 100 ਨਾਲ ਗੁਣਾ ਕਰਾਂਗੇ। ਕਿਸੇ ਵੀ ਨੰਬਰ ਨੂੰ 0 ਨਾਲ ਗੁਣਾ ਕਰੋਗੇ ਤਾਂ ਨੰਬਰ ਜੋ ਹੈ ਉਹ 0 ਹੀ ਆਉਂਦਾ ਹੈ, ਤਾਂ 0 ਹੀ ਆ ਗਿਆ। ਹਾਂਜੀ, ਨੈਕਸਟ ਹੈ ਜੀ 5। ਤਾਂ ਇੱਥੇ ਜੋ 5 ਹੈ ਉਹ 1000ਵੇਂ ਸਥਾਨ ਤੇ ਹੈ, ਠੀਕ ਹੈ, 1000th ਪਲੇਸ ਤੇ ਹੈ, ਤਾਂ 5 ਦਾ ਸਥਾਨਕ ਮੂਲ ਹੋਏਗਾ, 5 ਨੂੰ ਅਸੀਂ 1000 ਦੇ ਨਾਲ ਗੁਣਾ ਕਰਾਂਗੇ, 5000। ਹਾਂਜੀ, ਨੈਕਸਟ ਇਹ ਸਾਨੂੰ ਜੋ ਹੈ ਕਹਿ ਰਹੇ ਹੈ ਵੀ 2 3 5 6 ਯਾਨੀ ਕਿ 2356 ਨੂੰ ਵਿਸਤ੍ਰਿਤ ਰੂਪ ਵਿੱਚ ਲਿਖੋ। ਹੁਣ ਇਹ ਵਿਸਤ੍ਰਿਤ ਰੂਪ ਦੇ ਵਿੱਚ ਕਿੱਦਾਂ ਲਿਖਣਾ ਹੁੰਦਾ ਹੈ? ਸਭ ਤੋਂ ਪਹਿਲਾਂ ਤੁਸੀਂ ਇਹ ਇੱਦਾਂ ਦਾ ਟੇਬਲ ਬਣਾ ਲੈਣਾ ਹੈ, ਇਕਾਈਆਂ, ਹਜ਼ਾਰ, ਇਕਾਈਆਂ ਦੇ ਥੱਲੇ ਤੁਸੀਂ ਇਕਾਈ, ਦਹਾਈ, ਸੈਂਕੜਾ, ਹਜ਼ਾਰ ਦੇ ਥੱਲੇ ਤੁਸੀਂ ਹਜ਼ਾਰ ਤੇ 10,000 ਲਿਖ ਲੈਣਾ ਹੈ। ਫਿਰ ਇਹ ਜੋ 2356 ਹੈ ਨਾ, ਇਹਦਾ ਜੋ 6 ਹੈ, ਠੀਕ ਹੈ, ਉਹ ਤੁਸੀਂ ਇਕਾਈ ਦੇ ਥੱਲੇ ਲਿਖਣਾ ਹੈ। ਫਿਰ ਜੋ 5 ਹੈ ਉਹ ਦਹਾਈ ਦੇ ਥੱਲੇ, ਤੇ ਜੋ 3 ਹੈ ਉਹ ਸੈਂਕੜੇ ਥੱਲੇ, ਤੇ ਜੋ 2 ਹੈ ਉਹ ਹਜ਼ਾਰ ਦੇ ਥੱਲੇ ਲਿਖਣਾ ਹੈ, ਠੀਕ ਹੈ। ਇਸ ਤੋਂ ਬਾਅਦ ਕਰਨਾ ਕੀ ਹੈ, ਜ਼ਰਾ ਧਿਆਨ ਨਾਲ ਸਮਝਣਾ। ਜਿਵੇਂ ਅਸੀਂ ਸਥਾਨਕ ਮੁੱਲ ਜੋ ਹੈ ਕੱਢਣ ਵਾਸਤੇ ਕਰਦੇ ਹੁੰਦੇ ਸੀ ਨਾ ਉੱਪਰ, ਉਹੀ ਚੀਜ਼ ਅਸੀਂ ਇੱਥੇ ਕਰਨੀ ਹੈ। ਜਿਵੇਂ ਦੇਖੋ 6 ਜੋ ਹੈ ਉਹ ਇਕਾਈ ਦੇ ਸਥਾਨ ਤੇ ਹੈ, ਤਾਂ ਇਹੀ ਰੀਜ਼ਨ ਹੈ ਕਿ ਅਸੀਂ 6 ਨੂੰ 1 ਦੇ ਨਾਲ ਯਾਨੀ ਕਿ 1 ਦੇ ਨਾਲ ਜੋ ਹੈ ਗੁਣਾ ਕਰ ਰਹੇ ਹਾਂ, ਤਾਂ ਬਰਾਬਰ ਆਏਗਾ ਉਹ 6 ਤੇ। ਹਾਂਜੀ, 5 ਜੋ ਹੈ ਯਾਨੀ ਕਿ 5 ਜੋ ਹੈ ਉਹ ਦਹਾਈ ਦੇ ਥੱਲੇ ਆ ਰਿਹਾ ਹੈ, ਠੀਕ ਹੈ, ਦਹਾਈ ਸਥਾਨ ਤੇ ਹੈ, ਤੇ ਇਹ ਰੀਜ਼ਨ ਹੈ ਕਿ ਅਸੀਂ 5 ਨੂੰ 10 ਦੇ ਨਾਲ ਗੁਣਾ ਕਰ ਰਹੇ ਹਾਂ, ਤੇ ਸਾਨੂੰ ਮਿਲੇਗਾ 50, ਠੀਕ ਹੈ। ਇਸ ਤੋਂ ਬਾਅਦ 3 ਆਉਂਦਾ ਹੈ, 3 ਜੋ ਹੈ ਉਹ ਸੈਂਕੜੇ ਥੱਲੇ ਹੈ, ਸੈਂਕੜਾ ਯਾਨੀ ਕਿ 100th ਪਲੇਸ ਹੋ ਗਿਆ, ਤਾਂ ਇਹ ਰੀਜ਼ਨ ਹੈ ਕਿ ਅਸੀਂ ਜੋ ਇਹ 3 ਹੈ ਯਾਨੀ ਕਿ 3 ਨੂੰ ਅਸੀਂ ਜੋ ਹੈ 100 ਦੇ ਨਾਲ ਗੁਣਾ ਕਰ ਰਹੇ ਹਾਂ, ਤਾਂ ਇਹ ਜੋ ਹੈ 300 ਹੋ ਗਿਆ। ਹਾਂਜੀ, ਜੋ 2 ਹੈ ਉਹ ਜੋ ਹੈ 1000 ਦੇ ਥੱਲੇ ਹੈ, ਤਾਂ ਅਸੀਂ ਜੋ ਹੈ ਜੋ ਮਤਲਬ ਪੋਜੀਸ਼ਨ ਹੈ ਉਸ ਦੀ, ਠੀਕ ਹੈ, 1000th ਜੋ ਹੈ ਉਹ ਪੋਜੀਸ਼ਨ ਤੇ ਹੈ, 1000ਵੇਂ ਸਥਾਨ ਤੇ ਹੈ, ਤਾਂ ਅਸੀਂ 2 ਨੂੰ 1000 ਨਾਲ ਗੁਣਾ ਕੀਤਾ ਤਾਂ 2000 ਹੋ ਗਿਆ। ਹੁਣ ਅਸੀਂ ਕਰਨਾ ਕੀ ਹੈ, ਇਹ ਵਾਲੇ 6 ਨੂੰ, ਇਹ ਵਾਲੇ 50 ਨੂੰ, ਇਹ 300 ਨੂੰ ਤੇ 2000 ਨੂੰ ਜਦੋਂ ਅਸੀਂ ਵਿਸਤ੍ਰਿਤ ਰੂਪ ਦੇ ਵਿੱਚ ਲਿਖਣਾ ਹੈ ਨਾ, ਤਾਂ ਇਹਨਾਂ ਤਿੰਨਾਂ ਨੂੰ ਦੇਖੋ, ਇੱਕ ਤਾਂ ਅਸੀਂ ਇਹ ਵਾਲਾ ਜੋ ਨੰਬਰ ਹੈ 2356, ਇਸ ਨੂੰ ਅਸੀਂ ਇੱਥੇ ਲਿਖਤਾ 2356, ਠੀਕ ਹੈ ਜੀ। ਇਸ ਤੋਂ ਬਾਅਦ ਜੋ ਇਹ 2000 ਹੈ, ਇਹ ਵਾਲਾ 2000, ਇਹ ਵਾਲਾ 300, ਫਿਰ 50 ਤੇ ਫਿਰ 6, ਇਹਨਾਂ ਨੂੰ ਜੋ ਹੈ ਅਸੀਂ ਜਮਾ ਦਾ ਨਿਸ਼ਾਨ ਬਣਾ ਕੇ ਜੋ ਹੈ, ਠੀਕ ਹੈ, ਐਡੀਸ਼ਨ ਦਾ ਸਾਈਨ ਬਣਾ ਕੇ ਜੋ ਹੈ ਲਿਖ ਦੇਣਾ ਹੈ। ਵਿਸਤ੍ਰਿਤ ਰੂਪ ਦੇ ਵਿੱਚ ਲਿਖਣਾ ਬਸ ਇਹੀ ਹੁੰਦਾ ਹੈ ਵੀ ਅਸੀਂ 2356 ਨੂੰ 2000 ਜਮਾ 300 ਜਮਾ 50 ਜਮਾ 6 ਇੱਦਾਂ ਕਰਕੇ ਜੋ ਹੈ ਅਸੀਂ ਲਿਖ ਦਿੱਤਾ ਹੈ, ਇਹੀ ਵਿਸਤ੍ਰਿਤ ਰੂਪ ਹੁੰਦਾ ਹੈ।
ਇੱਕ ਉਦਾਹਰਣ ਹੋਰ ਹੈ ਜੀ, 7083 ਨੂੰ ਵਿਸਤ੍ਰਿਤ ਰੂਪ ਵਿੱਚ ਲਿਖੋ। ਹਾਂਜੀ, ਦੇਖੋ ਟੇਬਲ ਤੁਸੀਂ ਜਿਵੇਂ ਮੈਂ ਤੁਹਾਨੂੰ ਸਿਖਾਇਆ ਹੈ ਉੱਦਾਂ ਹੀ ਬਣਾ ਲੈਣਾ ਹੈ। ਹੁਣ ਜਿਵੇਂ ਇਹ 3 ਹੈ, 3 ਦੀ ਜੋ ਪੋਜੀਸ਼ਨ ਹੈ ਉਹ ਮਤਲਬ ਪੋਜੀਸ਼ਨ ਤੋਂ ਭਾਵ ਕੀ ਹੈ ਵੀ ਜੋ ਉਹਦਾ ਸਥਾਨ ਹੈ ਉਹ ਇਕਾਈ ਦੇ ਥਾਂ ਮਤਲਬ ਇਕਾਈ ਦੇ ਸਥਾਨ ਤੇ ਆ ਰਿਹਾ ਹੈ 3, ਤਾਂ ਇਸ ਕਰਕੇ 1 ਨਾਲ ਗੁਣਾ ਕਰਾਂਗੇ, ਯਾਨੀ ਕਿ 1 ਨਾਲ ਜੋ ਹੈ ਮਲਟੀਪਲਾਈ ਕਰਾਂਗੇ ਤਾਂ 3 ਮਲਟੀਪਲਾਈਡ ਬਾਈ 1 ਇਜ਼ ਇਕੁਅਲ ਟੂ 3 ਹੋ ਗਿਆ। ਫਿਰ ਇੱਦਾਂ ਹੀ ਜੋ 8 ਹੈ ਉਹ ਦਹਾਈ ਤੇ ਹੈ, ਦਹਾਈ ਦੇ ਥਾਂ ਤੇ ਆ ਰਿਹਾ ਹੈ, ਤਾਂ ਇਸ ਕਰਕੇ ਅਸੀਂ 8 ਨੂੰ 10 ਦੇ ਨਾਲ ਮਲਟੀਪਲਾਈ ਕਰਾਂਗੇ, ਇਕੁਅਲ ਟੂ 80 ਹੋ ਗਿਆ। ਫਿਰ 0 ਹੈ, 0 ਨੂੰ ਅਸੀਂ 100 ਦੇ ਨਾਲ ਮਲਟੀਪਲਾਈ ਕਰਨਾ ਹੈ ਕਿਉਂਕਿ ਉਹ ਸੈਂਕੜੇ ਥੱਲੇ ਆ ਰਿਹਾ ਹੈ, ਪਰ 100 ਦੇ ਨਾਲ ਕਰਾਂਗੇ ਤਾਂ ਸਾਨੂੰ ਮਿਲਣਾ 0 ਹੀ ਹੈ। 7 ਨੂੰ 1000 ਦੇ ਨਾਲ ਮਲਟੀਪਲਾਈ ਕੀਤਾ, ਸਾਨੂੰ ਮਿਲਿਆ 7000। ਤਾਂ ਵਿਸਤ੍ਰਿਤ ਰੂਪ ਦੇ ਵਿੱਚ ਲਿਖਣਾ ਹੈ ਤਾਂ 7083 ਨੂੰ ਅਸੀਂ 7000 ਜਮ੍ਹਾਂ ਦੇ ਵਿੱਚ 0 ਲਿਖਣਾ ਚਾਹੁੰਦੇ ਹੋ ਲਿਖ ਸਕਦੇ ਹੋ, ਬਾਕੀ ਕੋਈ ਫਰਕ ਨਹੀਂ ਪਏਗਾ। ਫਿਰ ਜਮ੍ਹਾਂ ਦੇ ਵਿੱਚ 80 ਤੇ ਜਮ੍ਹਾਂ ਦੇ ਵਿੱਚ 3 ਯਾਨੀ ਕਿ 3, ਠੀਕ ਹੈ। 7000 ਜਮ੍ਹਾਂ 80 ਜਮ੍ਹਾਂ 3, ਜੇ ਜਮ੍ਹਾਂ ਦੇ ਵਿੱਚ 0 ਲਿਖਣਾ ਚਾਹੁੰਦੇ ਹੋ ਲਿਖ ਸਕਦੇ ਹੋ। ਤਾਂ ਇੱਦਾਂ ਕਰਕੇ ਜੋ ਹੈ ਅਸੀਂ ਵਿਸਤ੍ਰਿਤ ਰੂਪ ਦੇ ਵਿੱਚ ਜੋ ਹੈ ਲਿਖ ਲੈਣਾ ਹੈ। ਹਾਂਜੀ, ਸੰਖਿਆ 8308 ਨੂੰ ਵਿਸਤ੍ਰਿਤ ਰੂਪ ਵਿੱਚ ਲਿਖੋ। ਦੇਖੋ ਅਸੀਂ ਪਹਿਲਾਂ ਹੀ ਸਿੱਖ ਲਿਆ ਹੈ ਵੀ ਕਿੱਦਾਂ ਲਿਖਣਾ ਹੈ। ਜਿਵੇਂ ਇਹ ਜੋ ਹੈ 8 ਹੈ ਯਾਨੀ ਕਿ 8 ਹੈ, ਤਾਂ ਇਸ ਨੂੰ ਅਸੀਂ 1 ਦੇ ਨਾਲ ਮਲਟੀਪਲਾਈ ਕਰਾਂਗੇ, ਇਕਾਈ ਦੇ ਸਥਾਨ ਤੇ ਹੈ ਤਾਂ 8 ਹੀ ਸਾਨੂੰ ਜੋ ਹੈ ਮਿਲੂਗਾ, ਠੀਕ ਹੈ। ਅੱਗੇ ਜੋ ਹੈ 0 ਹੈ, 0 ਨੂੰ ਅਗਰ ਅਸੀਂ 10 ਦੇ ਨਾਲ ਮਲਟੀਪਲਾਈ ਕਰਾਂਗੇ ਕਿਉਂਕਿ ਇਹ ਦਹਾਈ ਦੇ ਸਥਾਨ ਤੇ ਹੈ ਤਾਂ ਉਹ 0 ਹੀ ਰਹਿਣਾ ਹੈ। ਹਾਂਜੀ, ਫਿਰ ਜੋ ਹੈ 3 ਹੈ, 3 ਜੋ ਹੈ ਉਹ यानी कि जो 3 है वो जो है 100वें जो है ਸਥਾਨ ਤੇ ਹੈ, 100th ਪਲੇਸ ਤੇ ਹੈ, ਸੈਂਕੜੇ ਤੇ, ਠੀਕ ਹੈ। ਤਾਂ ਇਸ ਕਰਕੇ 3 ਨੂੰ ਅਸੀਂ 100 ਦੇ ਨਾਲ ਮਲਟੀਪਲਾਈ ਕਰਾਂਗੇ, 300 ਹੋ ਗਿਆ। ਜੋ 8 ਹੈ ਉਹ ਜੋ ਹੈ 1000th ਪਲੇਸ ਤੇ ਹੈ, 1000ਵੇਂ ਸਥਾਨ ਤੇ ਹੈ, ਤਾਂ 8 ਨੂੰ ਅਸੀਂ यानी कि 8 ਨੂੰ ਜੋ ਹੈ 1000 ਨਾਲ ਗੁਣਾ ਕੀਤਾ ਤਾਂ ਉਹ 8000 ਹੋ ਗਿਆ। 8000 ਜਮਾ 300 ਜਮਾ 8, ਤਾਂ ਇਹ ਜੋ ਹੈ 8308 ਦਾ ਵਿਸਤ੍ਰਿਤ ਰੂਪ ਹੋ ਗਿਆ। ਸੰਖਿਆ ਦੇ ਵਿਸਤ੍ਰਿਤ ਰੂਪ ਤੋਂ ਸੰਖਿਆ ਦੇ ਵਿਸਤ੍ਰਿਤ ਰੂਪ ਤੋਂ ਸੰਖਿਆ ਬਣਾਓ। ਇਹ ਸਿੰਪਲ ਮਤਲਬ ਜੋ ਹੈ ਇਸ ਦੇ ਵਿੱਚ ਅਸੀਂ ਐਡੀਸ਼ਨ ਕਰਨਾ ਹੁੰਦਾ ਹੈ। ਜਿਵੇਂ ਸਾਨੂੰ A ਦੇ ਵਿੱਚ ਦੇ ਰੱਖਿਆ ਹੈ 7000 ਜਮਾ 800, ਇਹ ਹੋ ਗਿਆ 7800। 7800 ਦੇ ਵਿੱਚ ਅਸੀਂ 90 ਜਮ੍ਹਾਂ ਕਰਾਂਗੇ, 7890। 7890 ਦੇ ਵਿੱਚ 6 ਜਮ੍ਹਾਂ ਕਰਾਂਗੇ, 7896। ਤਾਂ ਅਸੀਂ ਜੋ ਹੈ ਬਸ ਐਡੀਸ਼ਨ ਕਰਕੇ ਲਿਖ ਦੇਣਾ ਹੁੰਦਾ ਹੈ ਆਨਸਰ। ਨੈਕਸਟ ਹੈ ਜੀ 6000 ਜਮ੍ਹਾਂ 60 ਤੇ ਜਮ੍ਹਾਂ 8। 6000 ਦੇ ਵਿੱਚ 60 ਜਮ੍ਹਾਂ ਕਰਾਂਗੇ, 6060 ਹੋ ਗਿਆ, ਤੇ 6060 ਦੇ ਵਿੱਚ 8 ਜਮ੍ਹਾਂ ਕਰਾਂਗੇ ਤਾਂ 6068 ਹੋ ਗਿਆ। ਹਾਂਜੀ, ਬਸ ਅਸੀਂ ਐਡੀਸ਼ਨ ਕਰਕੇ ਜੋ ਹੈ ਲਿਖ ਦੇਣਾ ਹੁੰਦਾ ਹੈ। ਹੁਣ ਅਸੀਂ ਸਟਾਰਟ ਕਰਦੇ ਹਾਂ ਜੀ ਅਭਿਆਸ 1.3। ਦੇਖੋ ਉਦਾਹਰਨਾਂ ਕਰਾਉਣ ਦਾ ਮਤਲਬ ਜੋ ਹੈ ਕਾਰਨ ਇਹ ਹੁੰਦਾ ਵੀ ਤੁਹਾਨੂੰ ਸਮਝ ਆ ਜਾਏ ਵੀ ਅਸੀਂ ਇਸ ਐਕਸਰਸਾਈਜ਼ ਦੇ ਵਿੱਚ ਜਾਂ ਅਭਿਆਸ ਦੇ ਵਿੱਚ ਕਰਨ ਕੀ ਵਾਲੇ ਹਾਂ। ਹੁਣ ਦੇਖੋ ਇਹਨਾਂ ਨੇ ਜਿਵੇਂ ਪਹਿਲੇ ਕੁਐਸਚਨ ਦੇ ਵਿੱਚ ਕਿਹਾ ਵੀ ਸਥਾਨਕ ਮੁੱਲ ਜੋ ਹੈ ਲਿਖੋ, ਤੇ ਦੂਜੇ ਕੁਐਸਚਨ 'ਚ ਕਿਹਾ ਅੰਕਿਤ ਮੁੱਲ ਜੋ ਹੈ ਲਿਖੋ। ਹੁਣ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ, ਬੜੇ ਆਰਾਮ ਨਾਲ ਤੁਸੀਂ ਜੋ ਹੈ ਕਰ ਲੋਗੇ। ਹਾਂਜੀ, ਤਾਂ ਸਟਾਰਟ ਕਰਦੇ ਹਾਂ ਜੀ ਅਭਿਆਸ 1.3। ਇਸ ਦੇ ਵਿੱਚ ਹਾਂਜੀ, ਕੁਐਸਚਨ ਨੰਬਰ 1 ਹੈ ਜੀ, ਹੇਠ ਲਿਖੀਆਂ ਸੰਖਿਆਵਾਂ ਵਿੱਚ ਲਕੀਰੇ ਅੰਕ ਦਾ ਸਥਾਨਕ ਮੁੱਲ ਲਿਖੋ। ਦੇਖੋ ਜਿਵੇਂ A ਪਾਰਟ ਦੇ ਵਿੱਚ ਹੈ 326, ਇਸ ਦੇ ਵਿੱਚ ਇਹਨਾਂ ਨੇ ਕਿਹਾ ਹੈ ਵੀ ਲਕੀਰੇ ਅੰਕ ਤੋਂ ਭਾਵ ਕੀ ਹੈ। ਦੇਖੋ 326 ਦੇ ਵਿੱਚ ਨਾ ਜਿਹੜਾ ਇਹ 2 ਹੈ, ਇਸ ਦੇ ਥੱਲੇ ਜੋ ਹੈ ਇੱਕ ਲਕੀਰ ਬਣੀ ਹੋਈ ਹੈ, 2 ਦੇ ਥੱਲੇ ਇੱਕ ਲਕੀਰ ਬਣੀ ਹੋਈ ਹੈ। ਸਾਨੂੰ ਸਿਰਫ ਇਹਨਾਂ ਨੇ ਕਿਹਾ ਹੈ ਹੇਠ ਲਿਖੀਆਂ ਸੰਖਿਆਵਾਂ ਵਿੱਚ ਲਕੀਰੇ ਅੰਕ ਦਾ ਸਥਾਨਕ ਮੁੱਲ ਲਿਖੋ। ਜਿਸ ਅੰਕ ਦੇ ਥੱਲੇ ਲਕੀਰ ਲੱਗੀ ਹੋਈ ਹੈ ਨਾ, ਬਸ ਉਸੀ ਦਾ ਸਥਾਨਕ ਮੁੱਲ ਜੋ ਹੈ ਸਾਨੂੰ ਦੱਸਣਾ ਹੈ। ਜਿਵੇਂ 326 ਦੇ ਵਿੱਚ ਜਿਹੜਾ 2 ਹੈ ਉਸ ਦੇ ਥੱਲੇ ਲਕੀਰ ਲੱਗੀ ਹੋਈ ਹੈ, ਠੀਕ ਹੈ। ਜਿਹੜਾ ਅੰਕ 2 ਹੈ ਨਾ ਉਸ ਦੇ ਥੱਲੇ ਲਕੀਰ ਲੱਗੀ ਹੋਈ ਹੈ, ਤਾਂ ਸਿਰਫ ਸਾਨੂੰ ਜੋ ਹੈ 2 ਦਾ ਹੀ ਸਥਾਨਕ ਮੁੱਲ ਦੱਸਣਾ ਹੈ। ਦੇਖੋ 326 ਦੇ ਵਿੱਚ ਜੋ 2 ਹੈ ਉਹ ਦਹਾਈ ਦੇ ਸਥਾਨ ਤੇ ਹੈ, ਤੇ ਦਹਾਈ ਵਾਸਤੇ ਅਸੀਂ ਕੀ ਕਰਦੇ ਹੁੰਦੇ ਹਾਂ,
2 ਨੂੰ ਅਸੀਂ 10 ਦੇ ਨਾਲ ਗੁਣਾ ਕਰਾਂਗੇ ਕਿਉਂਕਿ 2 ਜੋ ਹੈ ਉਹ ਦਹਾਈ ਵਾਲੇ ਸਥਾਨ ਤੇ ਹੈ। 2 ਗੁਣਾ 10 ਹੋ ਗਿਆ 20। ਤਾਂ ਇਹ ਜੋ ਹੈ ਇਹਦਾ ਆਨਸਰ ਹੋਏਗਾ 2 ਗੁਣਾ 10 ਇਕੁਅਲ ਟੂ 20। ਵੀ ਜੋ ਇਹ ਅੰਕ 2 ਹੈ 326 ਦੇ ਵਿੱਚ ਉਹਦਾ ਸਥਾਨਕ ਮੂਲ ਹੋਏਗਾ 20। ਠੀਕ ਹੈ, ਕਿਉਂਕਿ ਇਹ ਦਹਾਈ ਦੇ ਸਥਾਨ ਤੇ ਹੈ। ਹੁਣ ਅੱਗੇ ਗੱਲ ਕਰੀਏ ਅਸੀਂ, ਜਿਵੇਂ ਇਹ ਹੈ 8088, ਠੀਕ ਹੈ। ਹੁਣ ਇੱਥੇ ਜੋ ਹੈ 0 ਹੈ, 0 ਜੋ ਹੈ ਇਸ ਦੇ ਥੱਲੇ ਲਕੀਰ ਮਾਰੀ ਹੋਈ ਹੈ, ਮੀਨਸ ਕਿ ਸਾਨੂੰ 0 ਦਾ ਜੋ ਹੈ ਉਹ ਸਥਾਨਕ ਮੂਲ ਦੱਸਣਾ ਹੈ। ਦੇਖੋ 0 ਦਾ ਜੋ ਪਲੇਸ ਹੈ ਉਹ ਕੀ ਹੈ, ਪਲੇਸ ਤੋਂ ਭਾਵ ਕੀ ਹੈ ਵੀ 0 ਦੀ ਜੋ 0 ਦਾ ਜੋ ਸਥਾਨ ਹੈ ਉਹ ਕਿਹੜਾ ਹੈ, ਸੈਂਕੜੇ ਵਾਲਾ ਹੈ। ਠੀਕ ਹੈ, ਇਹ ਹੋ ਗਿਆ ਇਕਾਈ, ਇਹ ਦਹਾਈ, ਫਿਰ 0 ਹੋ ਗਿਆ ਸੈਂਕੜੇ ਤੇ ਅਗਲੇ ਵਾਲਾ 8 ਹੋ ਗਿਆ ਹਜ਼ਾਰਵੇਂ ਤੇ। ਹਾਂਜੀ, ਸਾਨੂੰ ਸਿਰਫ 0 ਦਾ ਜੋ ਹੈ ਸਥਾਨਕ ਮੂਲ ਦੱਸਣਾ ਹੈ। ਤਾਂ 0 ਜੋ ਹੈ ਉਹ ਸੈਂਕੜੇ ਤੇ ਹੈ, ਤਾਂ 0 ਨੂੰ ਅਸੀਂ ਗੁਣਾ ਕਰਾਂਗੇ 100 ਦੇ ਨਾਲ ਕਿਉਂਕਿ ਉਹ ਸੈਂਕੜੇ ਸਥਾਨ ਤੇ ਹੈ। ਮੈਂ ਪਹਿਲਾਂ ਵੀ ਦੱਸਿਆ ਹੈ ਕਿਸੇ ਵੀ ਨੰਬਰ ਨੂੰ 0 ਨਾਲ ਗੁਣਾ ਕਰੋਗੇ ਤਾਂ ਉਹ ਨੰਬਰ 0 ਹੋ ਜਾਂਦਾ ਹੈ। ਤਾਂ ਇਹਦਾ ਜੋ ਆਨਸਰ ਹੈ ਸਥਾਨਕ ਮੂਲ ਜੋ ਹੈ 0 ਦਾ ਉਹ 0 ਹੀ ਰਹੇਗਾ। ਹਾਂਜੀ, ਅੱਛਾ ਇਹ ਤਾਂ ਸੀ ਪਾਰਟ ਸੀ, ਪਹਿਲਾਂ ਬੀ ਰਹਿ ਗਿਆ ਹੈ, ਚਲੋ ਕਰ ਲੈਂਦੇ ਹਾਂ ਉਹ ਵੀ। ਹਾਂਜੀ, ਬੀ ਪਾਰਟ ਦੇ ਵਿੱਚ ਸਾਡੇ ਕੋਲ ਜੋ ਹੈ 4 ਹੈ, ਤੇ 4 ਦੀ ਜੋ ਪੋਜੀਸ਼ਨ ਹੈ ਯਾਨੀ ਕਿ 4 ਦਾ ਜੋ ਸਥਾਨ ਹੈ ਉਹ ਸੈਂਕੜੇ ਵਾਲਾ ਹੈ। ਤਾਂ ਸੈਂਕੜੇ ਵਾਸਤੇ ਅਸੀਂ 100 ਦੇ ਨਾਲ ਗੁਣਾ ਕਰਨਾ ਹੁੰਦਾ ਹੈ। ਹਾਂਜੀ, ਤਾਂ ਇਹ ਜੋ 4 ਹੈ ਇਸ ਦਾ ਸਥਾਨਕ ਮੁੱਲ ਹੋਏਗਾ 400। ਠੀਕ ਹੈ, ਹਾਂਜੀ 5 4 5 8 ਦੇ ਵਿੱਚ ਜੋ 4 ਹੈ ਉਸ ਦਾ ਸਥਾਨਕ ਮੁੱਲ ਹੋਏਗਾ ਜੀ 400। ਨੈਕਸਟ ਜੋ ਡੀ ਪਾਰਟ ਹੈ ਇਹਦੇ ਵਿੱਚ ਸਾਨੂੰ 8 ਦਾ ਜੋ ਹੈ ਸਥਾਨਕ ਮੁੱਲ ਜੋ ਹੈ ਫਾਈਂਡ ਆਊਟ ਕਰਨਾ ਹੈ। ਹਾਂਜੀ, ਜੋ 8 ਹੈ ਉਹ ਇੱਕ ਯਾਨੀ ਕਿ ਇਕਾਈ ਸਥਾਨ ਤੇ ਹੈ, ਤਾਂ ਅਸੀਂ ਇਸ ਨੂੰ 1 ਦੇ ਨਾਲ ਗੁਣਾ ਕਰਾਂਗੇ। 8 ਗੁਣਾ 1 ਬਰਾਬਰ ਹੈ 8 ਦੇ। ਤਾਂ ਜੋ 9008 ਦੇ ਵਿੱਚ 8 ਦਾ ਜੋ ਸਥਾਨਕ ਮੁੱਲ ਹੈ ਉਹ 8 ਹੀ ਹੈ। ਹਾਂਜੀ, ਇਸ ਤੋਂ ਬਾਅਦ ਈ ਜੋ ਪਾਰਟ ਹੈ ਇਸ ਦੇ ਵਿੱਚ ਹੈ ਜੀ 4716, ਤੇ 7 ਦਾ ਸਾਨੂੰ ਸਥਾਨਕ ਮੁੱਲ ਦੱਸਣਾ ਹੈ। 7 ਜੋ ਹੈ ਉਹ ਸੈਂਕੜੇ ਸਥਾਨ ਤੇ ਹੈ, ਤਾਂ 7 ਨੂੰ ਅਸੀਂ 100 ਦੇ ਨਾਲ ਗੁਣਾ ਕਰਾਂਗੇ 100 ਦੇ ਨਾਲ, ਤਾਂ 700 ਜੋ ਹੈ 7 ਦਾ ਸਥਾਨਕ ਮੁੱਲ ਹੋਏਗਾ। ਹਾਂਜੀ, ਨੈਕਸਟ ਹੈ ਜੀ ਐਫ ਪਾਰਟ, ਇਹਦੇ ਵਿੱਚ ਸਾਨੂੰ 6 ਦਾ ਜੋ ਹੈ ਸਥਾਨਕ ਮੁੱਲ ਦੱਸਣਾ ਹੈ। ਤਾਂ 6 ਜੋ ਹੈ ਉਹ ਹਜ਼ਾਰਵੇਂ ਜੋ ਹੈ ਸਥਾਨ ਤੇ ਹੈ, ਤਾਂ ਅਸੀਂ 6 ਨੂੰ ਜੋ ਹੈ ਯਾਨੀ ਕਿ 6 ਨੂੰ ਜੋ ਹੈ ਹਜ਼ਾਰ ਦੇ ਨਾਲ ਜੋ ਹੈ ਗੁਣਾ ਕਰਾਂਗੇ ਤਾਂ ਸਾਨੂੰ ਮਿਲੂਗਾ 6000 ਯਾਨੀ ਕਿ 6000। ਤਾਂ ਇਹ ਜੋ 6 ਹੈ ਇਸ ਦਾ ਸਥਾਨਕ ਮੁੱਲ ਜੋ ਹੈ ਉਹ ਹੋਏਗਾ 6000। ਹਾਂਜੀ, ਇਸ ਤੋਂ ਬਾਅਦ ਅਸੀਂ ਅੰਕਿਤ ਮੁੱਲ ਦੱਸਣਾ ਹੈ। ਕੁਐਸਚਨ ਨੰਬਰ 2 ਦੇ ਵਿੱਚ ਅੰਕਿਤ ਮੁੱਲ ਜੋ ਹੈ ਸਿੰਪਲ ਜਾਂ ਉਹੀ ਜੋ ਹੈ ਅੰਕ ਹੀ ਹੁੰਦਾ ਹੈ। ਮੈਂ ਪਹਿਲਾਂ ਹੀ ਦੱਸਿਆ ਹੈ ਤੁਹਾਨੂੰ ਵੀ ਜਿਵੇਂ ਸਾਨੂੰ A ਪਾਰਟ ਦੇ ਵਿੱਚ 4 5 6 7 ਹੇਠ ਲਿਖੀਆਂ ਸੰਖਿਆਵਾਂ ਵਿੱਚ ਲਕੀਰੇ ਅੰਕ ਦਾ ਅੰਕਿਤ ਮੁੱਲ ਲਿਖੋ। ਦੇਖੋ ਲਕੀਰ ਜਿਸ ਦੇ ਥੱਲੇ ਜੋ ਹੈ ਲਾਈ ਹੋਈ ਹੈ, ਜਿਵੇਂ 4 5 6 7 ਦੇ ਵਿੱਚ ਜਿਹੜਾ 6 ਹੈ ਉਹਦੇ ਥੱਲੇ ਜੋ ਹੈ ਲਕੀਰ ਲੱਗੀ ਹੋਈ ਹੈ। ਇਟ ਮੀਨਸ ਕਿ ਸਾਨੂੰ ਸਿਰਫ ਅੰਕ 6 ਦਾ ਹੀ ਜੋ ਹੈ ਅੰਕਿਤ ਮੁੱਲ ਦੱਸਣਾ ਹੈ। ਤਾਂ ਕਿਸੇ ਵੀ ਅੰਕ ਦਾ ਅੰਕਿਤ ਮੁੱਲ ਜੋ ਹੈ ਉਹੀ ਅੰਕ ਹੁੰਦਾ ਹੈ। 6 ਦਾ ਅੰਕਿਤ ਮੁੱਲ 6 ਹੋਏਗਾ। ਫਿਰ ਅਗਲਾ ਜੋ ਬੀ ਪਾਰਟ ਹੈ ਉਸ ਦੇ ਵਿੱਚ 0 ਹੈ, 0 ਦਾ ਅੰਕਿਤ ਮੁੱਲ 0 ਹੀ ਹੋਏਗਾ। ਫਿਰ ਸੀ ਪਾਰਟ ਦੇ ਵਿੱਚ 4 ਦੇ ਥੱਲੇ ਜੋ ਹੈ 4 ਦੇ ਥੱਲੇ ਜੋ ਹੈ ਲਕੀਰ ਲੱਗੀ ਹੋਈ ਹੈ, 4 ਦਾ ਅੰਕਿਤ ਮੁੱਲ 4 ਹੀ ਹੋਏਗਾ। ਡੀ ਪਾਰਟ ਦੇ ਵਿੱਚ 5 ਹੈ, 5 ਦਾ ਯਾਨੀ ਕਿ 5 ਦਾ ਅੰਕਿਤ ਮੁੱਲ 5 ਹੀ ਹੋਏਗਾ। ਈ ਪਾਰਟ ਦੇ ਵਿੱਚ 3 ਹੈ, 3 ਹੈ, ਤਾਂ 3 ਦਾ ਜੋ ਅੰਕਿਤ ਮੁੱਲ ਹੈ ਉਹ 3 ਹੀ ਯਾਨੀ ਕਿ 3 ਹੀ ਹੋਏਗਾ। ਕੁਐਸਚਨ ਨੰਬਰ 3 ਹੈ ਜੀ, ਹੇਠ ਲਿਖੀਆਂ ਸੰਖਿਆਵਾਂ ਨੂੰ ਵਿਸਤ੍ਰਿਤ ਰੂਪ ਵਿੱਚ ਲਿਖੋ। ਹਾਂਜੀ, ਪਹਿਲਾ ਦੇਖੋ ਇਸ ਨੂੰ ਜ਼ਰਾ ਰੀਡ ਕਰ ਲਓ। 2134 2134 ਹੈ। ਮੈਂ ਤੁਹਾਨੂੰ ਉਸੇ ਟੇਬਲ ਦੇ ਵਿੱਚ ਇਸ ਨੂੰ ਕਰਕੇ ਦਿਖਾ ਦਿੰਦਾ ਹਾਂ।
ਦੇਖੋ ਸਾਡੇ ਕੋਲ ਨੰਬਰ ਹੈ 2134, ਠੀਕ ਹੈ। ਜਿਵੇਂ ਇਹ ਟੇਬਲ ਬਣਾ ਰੱਖਿਆ ਹੈ, ਸਭ ਤੋਂ ਪਹਿਲਾਂ ਤੁਸੀਂ ਇਹ ਇਦਾਂ ਦਾ ਟੇਬਲ ਬਣਾ ਲੈਣਾ ਹੈ, ਇਕਾਈਆਂ ਹਜ਼ਾਰ ਲਿਖ ਲੈਣਾ ਹੈ। ਤੇ ਜਿਵੇਂ ਇੱਥੇ 7083 ਹੈ, ਇਸ ਨੂੰ ਮੈਂ ਹਟਾ ਰਿਹਾ ਹਾਂ, ਠੀਕ ਹੈ। ਮੈਂ ਤੁਹਾਨੂੰ ਕਰਕੇ ਦਿਖਾ ਰਿਹਾ ਵੀ ਤੁਸੀਂ ਕਿਵੇਂ ਕਰਨਾ ਹੈ। ਸਾਡੇ ਕੋਲ ਹੈ ਜੀ 2134। ਤਾਂ ਸਭ ਤੋਂ ਪਹਿਲਾਂ ਅਸੀਂ ਜੋ ਇਕਾਈ ਵਾਲਾ ਜੋ ਇਕਾਈ ਸਥਾਨ ਤੇ ਜੋ ਅੰਕ ਹੈ, ਜਿਵੇਂ 4 ਹੈ, ਤਾਂ 4 ਨੂੰ ਅਸੀਂ ਇਕਾਈ ਦੇ ਥੱਲੇ ਰੱਖਾਂਗੇ ਇੱਥੇ, ਠੀਕ ਹੈ। ਫਿਰ ਦਹਾਈ ਦੇ ਥੱਲੇ ਸਾਡੇ ਅਸੀਂ ਜੋ ਹੈ ਇਹ ਜੋ 3 ਸਾਨੂੰ ਦੇ ਰੱਖਿਆ ਹੈ, ਇਸ ਨੂੰ ਰੱਖਣਾ ਹੈ। ਫਿਰ ਸੈਂਕੜੇ ਥੱਲੇ ਅਸੀਂ 1 ਨੂੰ ਰੱਖਾਂਗੇ, ਤੇ ਹਜ਼ਾਰ ਦੇ ਥੱਲੇ ਅਸੀਂ ਜੋ ਹੈ 2 ਨੂੰ ਰੱਖਾਂਗੇ। ਹੁਣ ਕਿਉਂਕਿ 4 ਜੋ ਹੈ ਉਹ ਇਕਾਈ ਦੇ ਥੱਲੇ ਆ ਰਿਹਾ ਹੈ, ਤਾਂ ਅਸੀਂ 4 ਨੂੰ ਜੋ ਹੈ 1 ਨਾਲ ਗੁਣਾ ਕਰਾਂਗੇ, ਸਾਨੂੰ ਮਿਲੂਗਾ, ਠੀਕ ਹੈ, 4। ਜੋ 3 ਹੈ, ਦੇਖੋ ਜੋ ਪਹਿਲੇ ਕੁਐਸਚਨ ਕੀਤਾ ਹੋਇਆ ਸੀ ਉਸ ਦੇ ਉੱਪਰ ਹੀ ਮੈਂ ਇਹ ਕੁਐਸਚਨ ਕਰ ਰਿਹਾ ਹਾਂ, ਤਾਂ ਇਸ ਨੂੰ ਸਮਝ ਲੈਣਾ ਬਸ ਕਰਨਾ ਕਿੱਦਾਂ ਹੈ, ਠੀਕ ਹੈ। ਵੈਸੇ ਮੈਂ ਤੁਹਾਨੂੰ ਸਮਝਾ ਦਿੱਤਾ ਸੀ ਪਹਿਲਾਂ ਹੀ ਉਦਾਹਰਨਾਂ ਦੇ ਵਿੱਚ ਵੀ ਅਸੀਂ ਕਿਵੇਂ ਕਰਨਾ ਹੁੰਦਾ ਹੈ। ਹਾਂਜੀ, ਹੁਣ ਦਹਾਈ ਤੇ ਜੋ ਹੈ ਸਾਡੇ ਕੋਲ 3 ਹੈ, ਤਾਂ 3 ਨੂੰ ਅਸੀਂ 10 ਦੇ ਨਾਲ ਗੁਣਾ ਕਰਾਂਗੇ, ਸਾਨੂੰ ਮਿਲੂਗਾ 30 ਯਾਨੀ ਕਿ 30। ਹਾਂਜੀ, ਫਿਰ ਸਾਡੇ ਕੋਲ ਜੋ ਹੈ ਸੈਂਕੜੇ ਥੱਲੇ ਜੋ ਹੈ 1 ਹੈ, ਅਸੀਂ 1 ਨੂੰ ਜੋ ਹੈ ਉਹ 100 ਨਾਲ ਗੁਣਾ ਕਰਾਂਗੇ, ਤਾਂ ਸਾਨੂੰ ਮਿਲੂਗਾ 100, ਠੀਕ ਹੈ। ਹਾਂਜੀ, ਯਾਨੀ ਕਿ 100 ਹੀ ਜੋ ਹੈ ਸਾਨੂੰ ਮਿਲੂਗਾ। ਫਿਰ ਜੋ ਹੈ ਹਜ਼ਾਰ ਦੇ ਥੱਲੇ ਜੋ ਹੈ ਉਹ 2 ਹੈ, ਤਾਂ 2 ਨੂੰ ਅਸੀਂ ਜੋ ਹੈ ਹਜ਼ਾਰ ਦੇ ਨਾਲ ਗੁਣਾ ਕਰਾਂਗੇ, ਤਾਂ ਸਾਨੂੰ ਮਿਲੂਗਾ 2000। ਹਾਂਜੀ, ਹੁਣ ਵਿਸਤ੍ਰਿਤ ਰੂਪ ਦੇ ਵਾਸਤੇ ਕੀ ਹੈ, ਇੱਕ ਤਾਂ ਅਸੀਂ ਇਹ ਵਾਲਾ 2000, ਇੱਕ ਜਮਾ ਦੇ ਵਿੱਚ ਇਹ 100, ਜਮਾ ਦੇ ਵਿੱਚ ਇਹ ਵਾਲਾ 30, ਤੇ ਜਮਾ ਦੇ ਵਿੱਚ ਇਹ ਵਾਲਾ 4, ਇੱਦਾਂ ਜੋ ਹੈ ਇਹਨਾਂ ਨੂੰ ਐਡ ਕਰਕੇ ਲਿਖ ਦੇਣਾ ਹੈ। 1 ਮਿੰਟ ਜ਼ਰਾ। ਵਿਸਤ੍ਰਿਤ ਰੂਪ ਦੇ ਵਿੱਚ ਮੈਂ ਤੁਹਾਨੂੰ ਲਿਖ ਕੇ ਦਿਖਾ ਦਿੰਦਾ ਹਾਂ। ਜਿਵੇਂ ਸਾਡੇ ਕੋਲ ਹੈਗਾ ਸੀ 2134, ਤਾਂ ਇਸ ਨੂੰ ਵਿਸਤ੍ਰਿਤ ਰੂਪ ਦੇ ਵਿੱਚ ਲਿਖਣਾ ਹੈ, ਤਾਂ 2000 ਜਮਾ 100 ਜਮਾ 30 ਯਾਨੀ ਕਿ 30, ਤੇ ਜਮਾ ਦੇ ਵਿੱਚ 4, ਇਹ ਜੋ ਹੈ ਇਸ ਦਾ ਵਿਸਤ੍ਰਿਤ ਰੂਪ ਹੋਏਗਾ। ਦੇਖੋ ਪਹਿਲਾਂ ਹੀ ਮੈਂ ਤੁਹਾਨੂੰ ਉਦਾਹਰਨਾਂ ਰਾਹੀਂ ਸਮਝਾ ਦਿੱਤਾ ਹੈ ਵੀ ਇਸ ਕੁਐਸਚਨ ਨੂੰ ਅਸੀਂ ਕਿੱਦਾਂ ਕਰਨਾ ਹੈ। ਬਾਕੀ ਦੇ ਜੋ ਪਾਰਟਸ ਹੈ ਉਹ ਮੈਂ ਤੁਹਾਨੂੰ ਲਿਖ ਕੇ ਦਿਖਾ ਦਿੰਦਾ ਹਾਂ। ਜਿਵੇਂ ਸਾਡੇ ਕੋਲ ਹੈ 856, ਠੀਕ ਹੈ। ਇਸ ਨੂੰ ਵੀ ਚਲੋ ਇੱਕ ਵਾਰੀ ਕਰਕੇ ਦਿਖਾ ਦਿੰਦਾ ਹਾਂ ਇੱਥੇ ਟੇਬਲ ਦੇ ਰਾਹੀਂ ਵੀ ਕਰਨਾ ਕਿੱਦਾਂ ਹੈ, ਤਾਂ ਕਿ ਤੁਹਾਨੂੰ ਜੋ ਹੈ ਚੰਗੀ ਤਰ੍ਹਾਂ ਸਮਝ ਆ ਜਾਏ। ਸਭ ਤੋਂ ਪਹਿਲਾਂ ਅਸੀਂ ਇਦਾਂ ਦਾ ਹੀ ਜੋ ਹੈ ਇਹ ਵਾਲਾ ਜੋ ਹੈ ਟੇਬਲ ਬਣਾ ਲੈਣਾ ਹੈ। ਸਾਡੇ ਕੋਲ ਹੈਗਾ ਜੀ 856, ਠੀਕ ਹੈ, 856। ਹਾਂਜੀ, ਇਸ ਨੂੰ ਹਟਾ ਦਿਓ ਨੰਬਰ ਨੂੰ, 6 5 ਤੇ 8, ਠੀਕ ਹੈ। ਇੱਦਾਂ ਤੁਸੀਂ ਜੋ ਹੈ ਇਕਾਈ ਦਹਾਈ ਤੇ ਸੈਂਕੜੇ ਥੱਲੇ ਜੋ ਹੈ ਲਿਖ ਲੈਣਾ ਹੈ। 6 ਜੋ ਹੈ ਉਹ ਇਕਾਈ ਦੇ ਥੱਲੇ ਆ ਰਿਹਾ ਹੈ, ਤਾਂ ਅਸੀਂ 6 ਨੂੰ 1 ਦੇ ਨਾਲ ਯਾਨੀ ਕਿ 6 ਨੂੰ ਜੋ ਹੈ 1 ਦੇ ਨਾਲ ਗੁਣਾ ਕਰਾਂਗੇ, ਸਾਨੂੰ ਜੋ ਹੈ 6 ਹੀ ਮਿਲੂਗਾ, ਠੀਕ ਹੈ। 5 ਯਾਨੀ ਕਿ 5 ਜੋ ਹੈ ਉਹ ਦਹਾਈ ਦੇ ਥੱਲੇ ਆ ਰਿਹਾ ਹੈ, ਤਾਂ ਅਸੀਂ 5 ਨੂੰ 10 ਦੇ ਨਾਲ ਗੁਣਾ ਕਰਾਂਗੇ, ਤਾਂ ਸਾਨੂੰ ਜੋ ਹੈ 50 ਮਿਲੂਗਾ। ਇਸ ਤੋਂ ਬਾਅਦ ਜੋ 8 ਹੈ ਉਹ ਸੈਂਕੜੇ ਥੱਲੇ ਆ ਰਿਹਾ ਹੈ, ਤਾਂ 8 ਨੂੰ ਜੋ ਹੈ ਅਸੀਂ 100 ਦੇ ਨਾਲ ਗੁਣਾ ਕਰਾਂਗੇ, ਤਾਂ ਸਾਨੂੰ ਜੋ ਹੈ 800 ਮਿਲੂਗਾ। ਹਾਂਜੀ, ਹੁਣ ਵਿਸਤ੍ਰਿਤ ਰੂਪ ਦੇ ਵਿੱਚ ਕਿਵੇਂ ਲਿਖਣਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ। ਦੇਖੋ 856 ਹੈ ਨਾ, ਤਾਂ 800 ਜਮਾ 50 ਜਮਾ 6, ਠੀਕ ਹੈ। ਇਹ ਹੋ ਗਿਆ ਇਸ ਦਾ ਵਿਸਤ੍ਰਿਤ ਰੂਪ। ਅਗਲਾ ਵੀ ਦੇਖ ਲਓ ਇੱਦਾਂ ਹੀ, ਜਿਵੇਂ 9160 ਹੈ, ਠੀਕ ਹੈ, 9160 ਹੈ, ਤਾਂ ਇਸ ਦਾ ਵਿਸਤ੍ਰਿਤ ਰੂਪ ਕੀ ਹੋਏਗਾ। ਦੇਖੋ ਉਹ ਟੇਬਲ ਦੇ ਰਾਹੀਂ ਤੁਸੀਂ ਬਣਾ ਲੈਣਾ, ਮੈਂ ਤੁਹਾਨੂੰ ਸਮਝਾ ਦਿੱਤਾ ਹੈ। ਬਾਰ-ਬਾਰ ਮੈਂ ਜੋ ਹੈ ਉਹ ਟੇਬਲ ਨਹੀਂ ਬਣਾਵਾਂਗਾ। ਬਾਕੀ ਤਾਂ ਵੀ ਅਗਰ ਕਿਸੇ ਨੂੰ ਸਮਝ ਨਹੀਂ ਆਇਆ ਹੈ ਤਾਂ ਮੈਨੂੰ ਕਮੈਂਟ ਦੇ ਵਿੱਚ ਦੱਸ ਦੇਣਾ, ਮੈਂ ਕਿਸੇ ਹੋਰ ਮੈਥਡ ਦੇ ਨਾਲ ਜੋ ਹੈ ਤੁਹਾਨੂੰ ਸਮਝਾ ਦਾਂਗਾ। ਅਗਰ ਸਮਝ ਆ ਗਿਆ ਹੈ ਮੈਨੂੰ ਕਮੈਂਟ ਦੇ ਵਿੱਚ ਦੱਸ ਦੇਣਾ, ਠੀਕ ਹੈ। ਨਹੀਂ ਆਇਆ ਹੈ ਤਾਂ ਵੀ ਜੋ ਹੈ ਕਮੈਂਟ ਕਰ ਦੇਣਾ, ਮੈਂ ਫਿਰ ਕੋਈ ਹੋਰ ਮੈਥਡ ਦੇ ਰਾਹੀਂ ਜੋ ਹੈ ਤੁਹਾਨੂੰ ਸਮਝਾ ਦਾਂਗਾ, ਠੀਕ ਹੈ। ਹਾਂਜੀ, 9160 ਹੈ, ਤਾਂ 9000 ਜਮਾ 100 ਜਮਾ 60,
ਤੇ ਜ਼ੀਰੋ ਦਾ ਦੇਖੋ ਇਕਾਈ ਦੇ ਨਾਲ ਕਰਾਂਗੇ ਤਾਂ ਉਹ ਜ਼ੀਰੋ ਹੀ, ਮਤਲਬ ਇਕਾਈ ਸਥਾਨ ਤੇ ਹੈ ਨਾ, ਜ਼ੀਰੋ ਨੂੰ ਇੱਕ ਦੇ ਨਾਲ ਗੁਣਾ ਕਰਾਂਗੇ ਤਾਂ ਉਹ ਜ਼ੀਰੋ ਹੀ ਜੋ ਹੈ ਆਊਗਾ। ਪਰ ਉਸ ਨੂੰ ਲਿਖੋ ਚਾਹੇ ਨਾ ਲਿਖੋ ਕੋਈ ਫਰਕ ਨਹੀਂ ਪੈਂਦਾ ਹੈ। 9000 ਜਮਾ 100 ਜਮਾ 60, ਠੀਕ ਹੈ, ਇਹ ਜੋ ਹੈ ਇਸ ਦਾ 9160 ਦਾ ਵਿਸਤ੍ਰਿਤ ਰੂਪ ਜੋ ਹੈ ਹੋਏਗਾ। ਹਾਂਜੀ। ਨੈਕਸਟ ਹੈ ਜੀ 7823, ਇਸ ਦਾ 7000 ਜਮਾ 800 ਜਮਾ 20 ਜਮਾ 3। ਦੇਖੋ ਜੋ 7 ਹੈ, ਠੀਕ ਹੈ, ਉਹ ਨਾ ਹਜ਼ਾਰਵੇਂ ਸਥਾਨ ਤੇ ਹੈ, ਇਸ ਕਰਕੇ ਅਸੀਂ 7000 ਬਣਾ ਦਿੱਤਾ ਹੈ। ਜੋ 8 ਹੈ ਉਹ ਸੈਂਕੜੇ ਸਥਾਨ ਤੇ ਹੈ, ਅਸੀਂ ਇਸ ਕਰਕੇ ਜੋ ਹੈ 800 ਬਣਾ ਦਿੱਤਾ ਹੈ। ਜੋ 2 ਹੈ ਉਹ ਦਹਾਈ ਸਥਾਨ ਤੇ ਹੈ, ਇਸ ਕਰਕੇ ਅਸੀਂ 20 ਬਣਾ ਦਿੱਤਾ ਹੈ। ਜੋ 3 ਹੈ ਉਹ ਇਕਾਈ ਸਥਾਨ ਤੇ ਹੈ, ਇਸ ਕਰਕੇ ਉਸ ਨੂੰ ਅਸੀਂ 1 ਦੇ ਨਾਲ ਗੁਣਾ ਕਰਕੇ 3 ਹੀ ਰੱਖਾਂਗੇ। ਤਾਂ 7000 ਜਮਾ 800 ਜਮਾ 20 ਜਮਾ 3, ਇਹ ਜੋ ਹੈ 7823 ਦਾ ਵਿਸਤ੍ਰਿਤ ਰੂਪ ਹੋ ਗਿਆ। ਇਸ ਤੋਂ ਬਾਅਦ ਹੈ ਜੀ 5948। ਹਾਂਜੀ, ਜੋ 5 ਹੈ ਉਹ ਹਜ਼ਾਰਵੇਂ ਸਥਾਨ ਤੇ ਹੈ, ਤਾਂ ਇਹ ਹੋ ਗਿਆ 5000। ਜੋ 9 ਹੈ ਉਹ ਸੈਂਕੜੇ ਸਥਾਨ ਤੇ ਹੈ, ਤਾਂ 900 ਹੋ ਗਿਆ। ਜਮਾ ਦੇ ਵਿੱਚ ਜੋ 4 ਹੈ ਉਹ ਦਹਾਈ ਸਥਾਨ ਤੇ, ਤਾਂ 40 ਹੋ ਗਿਆ। ਜੋ 8 ਹੈ ਉਹ ਇਕਾਈ ਸਥਾਨ ਤੇ ਹੈ, ਤਾਂ 8 ਹੋ ਗਿਆ। 5000 ਜਮਾ 900 ਜਮਾ 40 ਜਮਾ 8, ਇਹ ਜੋ ਹੈ 5948 ਦਾ ਜੋ ਹੈ ਵਿਸਤ੍ਰਿਤ ਰੂਪ ਹੋ ਗਿਆ। ਹਾਂਜੀ। ਲਾਸਟ ਹੈ ਜੀ 6002। ਜੋ 6 ਹੈ ਉਹ ਹਜ਼ਾਰਵੇਂ ਸਥਾਨ ਤੇ ਹੈ, ਤਾਂ ਇਹ 6000 ਹੋ ਗਿਆ। ਇਸ ਤੋਂ ਬਾਅਦ ਦੇਖੋ 2 ਜ਼ੀਰੋਆਂ ਆ ਰਹੀਆਂ ਹੈ। ਇੱਕ ਜ਼ੀਰੋ ਜੋ ਹੈ ਉਹ ਸੈਂਕੜੇ ਸਥਾਨ ਤੇ ਹੈ, ਉਸ ਨੂੰ 100 ਨਾਲ ਗੁਣਾ ਕਰਾਂਗੇ, ਪਰ ਕਿਸੇ ਵੀ ਨੰਬਰ ਨੂੰ ਜ਼ੀਰੋ ਨਾਲ ਗੁਣਾ ਕਰਦੇ ਹਾਂ ਤਾਂ ਜ਼ੀਰੋ ਹੀ ਰਹਿੰਦਾ ਹੈ, ਤਾਂ ਉਹਨੇ ਜ਼ੀਰੋ ਹੀ ਹੋ ਜਾਣਾ ਹੈ। ਫਿਰ ਅੱਗੇ ਫਿਰ ਤੋਂ ਜੋ ਹੈ ਜ਼ੀਰੋ ਦਹਾਈ ਸਥਾਨ ਤੇ ਆ ਰਹੀ ਹੈ, ਉਸ ਨੂੰ 10 ਨਾਲ ਗੁਣਾ ਕਰਾਂਗੇ, ਪਰ ਉਸਨੇ ਵੀ ਜੋ ਹੈ ਜ਼ੀਰੋ ਹੀ ਆਉਣਾ ਹੈ। ਅਤੇ ਜਿਹੜਾ ਅੱਗੇ 2 ਹੈ ਉਹ ਜੋ ਹੈ ਇਕਾਈ ਸਥਾਨ ਤੇ ਹੈ, ਉਸ ਨੂੰ 1 ਨਾਲ ਗੁਣਾ ਕਰਾਂਗੇ ਤਾਂ 2 ਜੋ ਹੈ ਐਜ਼ ਇਟ ਇਜ਼ ਰਹੇਗਾ। ਜ਼ੀਰੋ ਨੂੰ ਲਿਖੋ ਚਾਹੇ ਨਾ ਲਿਖੋ, ਚਾਹੇ ਇਸ ਨੂੰ 6000 ਜਮਾ 2 ਲਿਖ ਲਓ, ਚਾਹੇ ਇਸ ਨੂੰ ਜਿਵੇਂ ਮੈਂ ਲਿਖਿਆ ਹੈ 6000 ਜਮਾ 0 ਜਮਾ 2, ਇਸ ਤਰ੍ਹਾਂ ਲਿਖ ਲਓ, ਤਾਂ ਵੀ ਜੋ ਹੈ ਤੁਹਾਡਾ ਆਨਸਰ ਜੋ ਹੈ ਉਹ ਸੇਮ ਯਾਨੀ ਕਿ ਸਹੀ ਹੀ ਹੋਏਗਾ। ਠੀਕ ਹੈ। ਅਗਰ ਕੁਝ ਸਮਝ ਨਹੀਂ ਆਇਆ ਹੈ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸ ਦੇਣਾ, ਫਿਰ ਮੈਂ ਤੁਹਾਨੂੰ ਜੋ ਹੈ ਕਿਸੇ ਹੋਰ ਮੈਥਡ ਦੇ ਨਾਲ ਜੋ ਹੈ ਸਮਝਾ ਦਾਂਗਾ।